हाजिर है। सत श्री अकाल जी, मैं चांदनी प्रोग्राम अखबार हाज़र विच तुहाडे सब दा स्वागत करदी हां। इस प्रोग्राम के तहत असीं अखबारां दीआं मुख सुर्खियां ते चर्चा करदे हां ते साडे नाल अज चर्चा लई स्टूडियो विच मौजूद हन मदनदीप सिंह जी। सत श्री अकाल सर। सर हुण असीं वधदे हां सुर्खियां वल, जिहड़ी कि अज दीआं खास सुर्खियां हन। ठीक है, सब तो पहलां मैं तुहानूं दसना चाहांगी जिहड़ी अज तो सब तो पहली सुर्खी आई आ कि जिहड़ी हरियाणा दे विच रैली होई है ਉਹਦੇ ਵਿੱਚ ਇੱਕ ਤਾਂ ਰਾਹੁਲ ਗਾਂਧੀ ਜੀ ਨੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਲਈ ਹਰ ਫਰੰਟ ਤੇ ਡਟ ਕੇ ਲੜੇਗੀ। ਠੀਕ ਹੈ, ਤੇ ਇਸ ਦੇ ਨਾਲ ਹੀ ਕੈਪਟਨ ਦਾ ਵੀ ਇੱਕ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਹਿੱਤਾਂ ਲਈ ਕੋਈ ਵੀ ਫੈਸਲਾ ਲੈਣ ਲਈ ਉਹ ਤਿਆਰ ਹਨ। ਇਸ ਬਾਰੇ ਸਾਨੂੰ ਦੱਸੋ। ਬੜੀ ਸਾਫ਼ ਗੱਲ ਹੈ ਜੀ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਆਪਣਾ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨਾਂ ਦੇ ਹੱਕ ਵਿੱਚ ਜਿਹੜਾ ਮਾਰਚ ਹੈ, ਉਹ ਬਹੁਤ ਸਫਲਤਾਪੂਰਵਕ ਆਪਣਾ ਨੇਪਰੇ ਚਾੜਿਆ ਆ। ਔਰ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਸੀ ਰਾਹੁਲ ਗਾਂਧੀ ਦਾ ਹਰਿਆਣੇ ਦਾ। ਪਰ ਪਹਿਲੇ ਜਿਹੜੀ ਪੰਜਾਬ ਦੀ ਉਹਨਾਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਉਹਨੇ ਖਾਸ ਕਰਕੇ ਬੰਧਨੀ ਕਲਾਂ ਤੇ ਜਿਹੜਾ ਸੰਗਰੂਰ ਦੇ ਵਿੱਚ 2 ਰੈਲੀਆਂ ਜਿਹੜੀਆਂ ਕੀਤੀਆਂ ਹੈ, ਉਹਨਾਂ ਰੈਲੀਆਂ ਦੇ ਵਿੱਚ ਜਿਹੜਾ ਉਹਨਾਂ ਦਾ ਸੰਬੋਧਨ ਸੀ, ਸੰਬੋਧਨ ਦੇ ਵਿੱਚ ਆਪਣੱਤ ਬਹੁਤ ਉਹਨਾਂ ਨੇ ਦਿਖਾਈ ਹੈ ਪੰਜਾਬ ਦੇ ਨਾਲ। मेरा ख्याल है भी बहुत लंबे समय तो बाद कांग्रेस परिवार ਦੇ ਵਿੱਚੋਂ ਜੇ ਕਿਸੇ ਨੇ ਪੰਜਾਬ ਦੇ ਬਾਰੇ ਗੱਲ ਕੀਤੀ ਜਾਂ ਪੰਜਾਬੀਆਂ ਦੇ ਬਾਰੇ ਗੱਲ ਕੀਤੀ ਹੈ ਜਾਂ ਪੰਜਾਬ ਦੇ ਨਾਲ ਖੜਨ ਦੀ ਗੱਲ ਕੀਤੀ ਤਾਂ ਰਾਹੁਲ ਗਾਂਧੀ ਨੇ ਕੀਤੀ ਹੈ ਜੀ। ਔਰ ਦੂਜੇ ਪਾਸੇ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਉਹ ਆਪਣੀ ਥਾਂ ਤੇ ਜਾਰੀ ਹੈ, ਪਰ ਇਹਨਾਂ ਨੇ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਹੈਗਾ ਕਾਂਗਰਸ ਨੇ ਕੋਈ ਵੀ ਉਹਦੇ ਵਿੱਚ ਕੋਈ ਵਿਘਨ ਨਹੀਂ ਪਾਇਆ ਜਾਂ ਉਹਦੇ ਵਿੱਚ ਕੋਈ ਦਖਲ ਨਹੀਂ ਦਿੱਤਾ। ਇਹ ਆਪਣੇ ਆਪ 'ਚ ਚੰਗੀ ਗੱਲ ਹੈਗੀ ਹੈ। ਦੂਸਰੀ ਗੱਲ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਵੇਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ, ਕਈ ਅਖਬਾਰਾਂ ਨੇ ਇਹਨੂੰ ਹੈਡਿੰਗ ਵੀ ਬਣਾਇਆ ਹੈ ਕਿ ਮੇਰੇ ਸਿਰ ਦੇ ਉੱਤੇ ਪੰਜਾਬ ਦਾ ਕਰਜ਼ ਹੈ ਜੀ। ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਪੰਜਾਬ ਦੀ ਜਿਹੜੀ ਦੇਣ ਆ, ਕਿਉਂਕਿ ਸ਼ੁਰੂਆਤੀ ਦੌਰ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਹੈ ਉਦੋਂ ਉਹਨਾਂ ਦੇ ਜਿਹੜੇ ਨਾਨਾ ਜੀ ਹੈ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਕਮਾਨ ਸੰਭਾਲੀ ਸੀ ਹਿੰਦੁਸਤਾਨ ਦੀ। ਔਰ ਉਸ ਵੇਲੇ ਅਨਾਜ ਦੀ ਬਹੁਤ ਘਾਟ ਸੀ ਹਿੰਦੁਸਤਾਨ ਦੇ ਵਿੱਚ। ਹਿੰਦੁਸਤਾਨ ਨੂੰ ਬਾਹਰੋਂ ਜਿਹੜਾ ਹੈਗਾ ਲੋਕਾਂ ਦੇ ਕੋਲੋਂ ਮੰਗ ਕੇ ਅਨਾਜ ਜਿਹੜਾ ਹੈਗਾ ਲੋਕਾਂ ਦਾ ਢਿੱਡ ਭਰਨਾ ਪੈਂਦਾ ਸੀ ਹਿੰਦੁਸਤਾਨੀਆਂ ਦਾ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਠੂਠਾ ਚੱਕਣਾ ਪੈਂਦਾ ਸੀ। ਔਰ ਅਨਾਜ ਦੀ ਭਰਪਾਈ ਵਾਸਤੇ ਨਹਿਰੂ ਨੂੰ ਇੱਕ ਬਹੁਤ ਸਾਰੇ ਉਹਨਾਂ ਦੇਸ਼ਾਂ ਦਾ ਤਰਲਾ ਕਰਨਾ ਪੈਂਦਾ ਸੀ ਜਿਹਦੇ 'ਤੇ ਹਿੰਦੁਸਤਾਨ ਨਿਰਭਰ ਸੀ। ਪਰ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਤਮ ਨਿਰਭਰ ਬਣਾਉਣਾ, ਜਾਂ ਹਿੰਦੁਸਤਾਨ ਦੇ ਬਾਕੀ ਕਿਸਾਨਾਂ ਨੂੰ ਵੀ ਕਿਹਾ ਗਿਆ ਕਿ ਆਤਮ ਨਿਰਭਰ ਬਣਾਉਣਾ, ਜਿਹਨੂੰ ਅਸੀਂ ਹਰਾ ਇਨਕਲਾਬ ਕਹਿੰਦੇ ਹਾਂ ਪੰਜਾਬ ਦੇ ਅੰਦਰ, ਕਿਸਾਨਾਂ ਨੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਐਸਾ ਉਦੋਂ ਇੰਨੀ ਮਿਹਨਤ ਕੀਤੀ ਔਰ ਇਸ ਤਰ੍ਹਾਂ ਨਾਲ ਹਮਲਾ ਮਾਰਿਆ ਦੇਸ਼ ਦੇ ਹਿੱਤ ਵਿੱਚ ਕਿ ਉਹਨਾਂ ਨੇ ਲਿਆ ਕੇ ਅਨਾਜ ਦੇ ਵਿੱਚ ਆਪਣੇ ਪੈਰਾਂ 'ਤੇ ਖੜਾ ਕਰਤਾ ਹਿੰਦੁਸਤਾਨ ਨੂੰ। ਔਰ ਅੱਜ ਤੱਕ ਵੀ ਕੇਂਦਰੀ ਪੂਲ ਦੇ ਵਿੱਚ ਜਿਹੜੀ ਹਿੱਸੇਦਾਰੀ ਪੰਜਾਬ ਦੀ ਅਨਾਜ ਦੀ ਉਹ ਸਾਰਿਆਂ ਨਾਲੋਂ ਜ਼ਿਆਦਾ ਵੀ ਹੈ ਅਤੇ ਲਗਭਗ ਸਾਰੀ ਦੀ ਸਾਰੀ ਜਿਹੜੀ ਕੇਂਦਰੀ ਪੂਲ ਦੀ ਜਿਹੜੀ ਪੂਰਤੀ ਹੈ ਉਹ ਸਾਰੀ ਇੱਕ ਤਰ੍ਹਾਂ ਨਾਲ ਪੰਜਾਬ ਹੀ ਕਰ ਰਿਹਾ ਹੈ। ਔਰ ਇਹ ਗੱਲ ਰਾਹੁਲ ਗਾਂਧੀ ਨੂੰ ਸਮਝਾਏਗੀ ਹੋਣੀ ਹੈ ਜਾਂ ਰਾਹੁਲ ਗਾਂਧੀ ਨੇ ਇਹ ਇਤਿਹਾਸ ਪੜ੍ਹਿਆ ਹੋਣਾ ਹੈ ਔਰ ਰਾਹੁਲ ਗਾਂਧੀ ਨੇ ਇਹ ਅਹਿਸਾਸ ਵੀ ਜਿਹੜਾ ਹੈਗਾ ਉਹ ਜ਼ਾਹਰ ਕੀਤਾ ਹੈ। ਔਰ ਇਹਨੂੰ ਹੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਸਿਰ 'ਤੇ ਜਿਹੜਾ ਹੈਗਾ ਇਹ ਕਰਜ਼ ਹੈ ਕਿਸਾਨਾਂ ਦਾ, ਮੇਰੇ ਸਿਰ 'ਤੇ ਕਰਜ਼ ਹੈ ਕਿਸਾਨਾਂ ਦਾ। ਮੈਂ ਤਾਂ ਇਹ ਸਮਝਦਾ ਹਾਂ ਕਿ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ ਨੂੰ ਆਤਮ ਨਿਰਭਰ ਕੀਤਾ ਅਨਾਜ ਦੇ ਰੂਪ ਵਿੱਚ, ਉਸ ਤਰ੍ਹਾਂ ਕੇਂਦਰ ਸਰਕਾਰਾਂ ਨੂੰ ਵੀ ਪੰਜਾਬ ਦੇ ਕਿਸਾਨਾਂ ਲਈ ਸੋਚਣਾ ਚਾਹੀਦਾ ਸੀ। ਲੇਕਿਨ ਪੰਜਾਬ ਦਾ ਕਿਸਾਨ ਹਮੇਸ਼ਾ ਸ਼ੁਰੂ ਤੋਂ ਸੰਕਟ 'ਚ ਚੱਲਦਾ ਆ ਰਿਹਾ ਆ। ਕਿਸਾਨ ਬਾਰੇ ਬਿਲਕੁਲ ਨਹੀਂ ਸੋਚਿਆ ਗਿਆ, ਨਿਚੋੜਿਆ ਗਿਆ ਪੰਜਾਬ ਦੀ ਧਰਤੀ ਨੂੰ। ਔਰ ਕੇਂਦਰ ਸਰਕਾਰ ਵੱਲੋਂ ਬਕਾਇਦਾ ਤੌਰ 'ਤੇ ਇੱਕ ਸਾਜ਼ਿਸ਼ ਦੇ ਤਹਿਤ ਜਿਵੇਂ ਨਿਚੋੜਿਆ ਜਾਂਦਾ ਉਵੇਂ ਨਿਚੋੜਿਆ ਗਿਆ ਆ। ਔਰ ਜਦੋਂ ਧਰਤੀ ਨੂੰ ਇਹਨਾਂ ਨੇ ਕਾਫੀ ਨਿਚੋੜ ਲਿਆ, ਉਸ ਤੋਂ ਬਾਅਦ ਇਹ ਹੁਣ ਆਪਣੇ ਗਲੋਂ ਲਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ, ਅਤੇ ਕਿਸਾਨ ਕੇਂਦਰ ਸਰਕਾਰ ਨੂੰ ਨਹੀਂ ਭੱਜਣ ਦੇਣਗੇ ਜਿੱਥੇ ਤੱਕ ਜਿਵੇਂ ਅੰਦੋਲਨ ਚੱਲ ਰਿਹਾ ਹੈ। ਔਰ ਜਿਸ ਤਰ੍ਹਾਂ ਨਾਲ ਸਰਕਾਰ ਇਸ ਵੇਲੇ ਅੰਦੋਲਨ ਦੇ ਅੱਗੇ ਮਜਬੂਰ ਹੋਈ, ਗੋਡੇ ਟੇਕਦੀ ਵੀ ਲੱਗ ਰਹੀ ਹੈ। ਔਰ ਇਹਦੇ ਵਿੱਚ ਜੇ ਰਾਹੁਲ ਗਾਂਧੀ ਦੀ ਜ਼ਿੰਮੇਵਾਰੀ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਚੰਗੀ ਜ਼ਿੰਮੇਵਾਰੀ ਵਾਲਾ ਕੰਮ ਕੀਤਾ ਆ। ਲੇਕਿਨ ਇਹ ਜ਼ਰੂਰ ਹੈ
ਕਿ ਰਾਹੁਲ ਗਾਂਧੀ ਨੂੰ, ਜਿਵੇਂ ਕਿ ਨਵਜੋਤ ਸਿੰਘ ਸਿੱਧੂ ਦੇ ਅਸੀਂ ਉਸ ਦਿਨ ਗੱਲ ਕੀਤੀ ਸੀ, ਜਿਹੜੇ ਨਵਜੋਤ ਸਿੰਘ ਸਿੱਧੂ ਦੇ 2 ਸਵਾਲ ਸੀ, ਉਹਦਾ ਜਵਾਬ ਜਿਹੜਾ ਆ ਉਹ ਉਹਨਾਂ ਨੇ ਹਾਲਾਂਕਿ ਦਿੱਤਾ ਆ। ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਦੀ ਕੇਂਦਰ ਦੇ ਵਿੱਚ ਸਰਕਾਰ ਆਏਗੀ ਤਾਂ ਕਾਂਗਰਸ ਇਹ ਬਿੱਲ ਜਿਹੜੇ ਹੈਗੇ ਆ, ਇਹ ਐਕਟ ਜਿਹੜਾ ਹੈਗਾ ਨਵਾਂ ਜਿਹੜਾ ਬਣਿਆ ਆ, ਇਹਨੂੰ ਖਤਮ ਕਰੇਗੀ। ਲੇਕਿਨ ਇਹ ਲੰਬੀ ਦੂਰੀ ਦੀ ਗੱਲ ਹੈਗੀ ਹੈ। ਕਾਂਗਰਸ ਦੀ ਸਰਕਾਰ ਕਦੋਂ ਆਉਣੀ ਹੈ, ਨਹੀਂ ਆਉਣੀ ਹੈ, ਇਹ ਬਾਅਦ ਦੀ ਗੱਲ ਆ। ਲੇਕਿਨ ਜਿਹੜੇ ਸੂਬਿਆਂ ਦੇ ਵਿੱਚ ਪੰਜਾਬ ਦੀਆਂ ਸਰਕਾਰਾਂ ਨੇ, ਉਹਨਾਂ ਸੂਬਿਆਂ ਦਾ ਜਿਹੜਾ ਸਟੈਂਡ ਹੈ ਉਹ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ। ਔਰ ਉਹਨਾਂ ਸੂਬਿਆਂ ਦੇ ਵਿੱਚ ਘੱਟੋ ਘੱਟ ਕਾਂਗਰਸ ਦੇ ਸਰਕਾਰਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਸੋਚਣਾ ਚਾਹੀਦਾ ਆ। ਜਿਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਆ ਕਿ ਜਿਹੜੀਆਂ ਸਹਿਯੋਗੀ ਫਸਲਾਂ ਹੈ ਕਿਸਾਨਾਂ ਦੀਆਂ, ਉੱਧਰ ਉਹਨਾਂ ਨੂੰ ਰੁਚਿਤ ਕਰਨ ਵਾਸਤੇ, ਵਿਭਿੰਨਤਾ ਵੱਲ ਉਹਨਾਂ ਨੂੰ ਪਾਉਣ ਲਈ ਕਿਸਾਨਾਂ ਨੂੰ ਰਾਜ ਸਰਕਾਰ ਨੂੰ ਉਹਨਾਂ ਦਾ ਸਹਿਯੋਗ ਵੀ ਕਰਨਾ ਚਾਹੀਦਾ ਹੈ। ਜਿਵੇਂ ਕਿ ਆਟਾ ਦਾਲ ਸਕੀਮ ਦੀ ਯੋਜਨਾ ਦੀ ਉਹਨਾਂ ਨੇ ਗੱਲ ਕੀਤੀ ਕਿ ਉਹਦੇ ਵਿੱਚ ਜਿਹੜੀਆਂ ਦਾਲਾਂ ਹੈਗੀਆਂ ਉਹ ਦਾਲਾਂ ਬਾਹਰੋਂ ਕਿਉਂ ਖਰੀਦੀਆਂ ਜਾਂਦੀਆਂ, ਉਹਦੀ MSP ਕਿਸਾਨਾਂ ਨੂੰ ਦਿੱਤੀ ਜਾਏ ਔਰ ਕਿਸਾਨਾਂ ਤੋਂ ਉਹ ਸਾਰੀ ਜਿਹੜੀ ਹੈ ਜਿਨਸ ਆ ਉਹ ਖਰੀਦੀ ਜਾਏ। ਤਾਂ ਇਹ ਮੇਰੇ ਖਿਆਲ ਦੇ ਮੁਤਾਬਕ ਸਿੱਧੂ ਹੋਣਾ ਦਾ ਪੁਆਇੰਟ ਬੜਾ ਵਾਜਬ ਸੀ। ਭਾਵੇਂ ਆਪਾਂ ਇਹ ਕਹਿ ਲਈਏ ਕਿ ਉਸ ਜਿਹੜਾ ਕੇਂਦਰ ਦਾ ਜੋ ਬਣਦਾ ਆ ਉਹ ਤਾਂ ਪੰਜਾਬ ਸਰਕਾਰ ਉਹਦੀ ਭਰਪਾਈ ਨਹੀਂ ਕਰ ਸਕਦੀ, ਪਰ ਜਿੰਨਾ ਪੰਜਾਬ ਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਉਹਨਾਂ ਨੂੰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਜਿਹੜੀਆਂ ਹੋਰ ਸਰਕਾਰਾਂ ਹੈ ਕਾਂਗਰਸ ਦੀਆਂ ਜਿਹੜੇ ਸੂਬਿਆਂ ਦੇ ਅੰਦਰ, ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਾਕ ਤੇ ਸੱਚੇ ਦਿਲੋਂ ਨਿਭਾਉਣੀ ਚਾਹੀਦੀ ਹੈ। ਸੋ ਇਹਦੇ ਵਾਸਤੇ ਥੋੜ੍ਹਾ ਜਿਹਾ ਰਾਹੁਲ ਗਾਂਧੀ ਨੂੰ ਆਪਣੀ ਨੀਤੀ ਸਪਸ਼ਟ ਕਰਨੀ ਚਾਹੀਦੀ ਹੈ ਔਰ ਕਾਂਗਰਸ ਵੱਲੋਂ ਬਕਾਇਦਾ ਤੌਰ ਤੇ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਆ ਸੂਬਾਈ ਸਰਕਾਰਾਂ ਨੂੰ, ਜਿੱਥੇ ਜਿੱਥੇ ਉਹਨਾਂ ਦੀ ਹੈ ਸਰਕਾਰ, ਕਿ ਉਹ ਉਹਨਾਂ ਆਪਣੇ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਹਿੱਤਾਂ ਵਾਸਤੇ ਖੜਨ ਔਰ ਕਿਸਾਨਾਂ ਲਈ ਸੋਚਣ। ਜੀ ਸਰ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਮੀਟਿੰਗ ਵਾਸਤੇ ਕਿ ਉਹ ਆਣ ਤੇ ਮਿਲਣ ਵੀ, ਤੇ ਉਸ ਬਾਰੇ ਦੱਸਣਾ ਜੀ। 8 ਅਕਤੂਬਰ ਦਾ ਉਹਨਾਂ ਨੇ ਸੱਦਾ ਦਿੱਤਾ ਹੈ ਦਿੱਲੀ ਦੇ ਵਿੱਚ ਕਿ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ ਔਰ ਇਹ ਕੇਂਦਰ ਸਰਕਾਰ ਵੇਖੋ ਉਹਦਾ ਕੀ ਸਟੈਂਡ ਹੁੰਦਾ ਹੈ। ਪਰ ਇਹ ਬਿਲਕੁਲ ਸਾਫ਼ ਹੋ ਗਿਆ ਹੈ ਕਿ ਜਿਸ ਤਰ੍ਹਾਂ ਦਾ ਅੰਦੋਲਨ ਪੰਜਾਬ ਦੇ ਅੰਦਰੋਂ ਵਿੱਢਿਆ ਗਿਆ ਕਿਸਾਨਾਂ ਵੱਲੋਂ, ਜਿਸ ਤਰ੍ਹਾਂ ਦਾ ਸੰਘਰਸ਼ ਜਾਰੀ ਕੀਤਾ ਗਿਆ ਹੈ ਔਰ ਜਿਸ ਅੱਜ ਪੀਕ ਤੇ ਇਹ ਸੰਘਰਸ਼ ਹੈ, ਇਹ ਅੰਦੋਲਨ ਹੈ, ਉਹਦੇ ਤੋਂ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਕੇਂਦਰ ਸਰਕਾਰ ਘੁਟਨੇ ਟੇਕ ਰਹੀ ਹੈ, ਕੇਂਦਰ ਸਰਕਾਰ ਗੋਡੇ ਟੇਕ ਰਹੀ ਹੈ ਔਰ ਇਹ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਜਿਹੜੀ ਹੈ ਅੰਸ਼ਕ ਪਹਿਲੀ ਜਿੱਤ ਹੈਗੀ ਹੈ। ਔਰ ਜੇ ਕਿਸਾਨ, ਜਿਵੇਂ ਕਿ ਕਿਸਾਨਾਂ ਦੀ ਜਿਹੜੀ ਮੰਗਾਂ ਹੈਗੀਆਂ ਇਸ ਐਕਟ ਨੂੰ ਲੈ ਕੇ, ਜੇ ਕਿਸਾਨ ਡਟੇ ਰਹਿਣ ਤਾਂ ਮੈਨੂੰ ਨਹੀਂ ਲੱਗਦਾ ਕੋਈ ਕਾਰਨ ਕਿ ਕੱਲ੍ਹ ਨੂੰ ਸਰਕਾਰ ਜਿਹੜੀ ਹੈਗੀ ਹੈ ਉਹ ਇਹਦੇ ਤੋਂ ਪਿੱਛੇ ਨਹੀਂ ਹਟੇਗੀ, ਸਰਕਾਰ ਇਸ ਐਕਟ ਨੂੰ ਵਾਪਸ ਨਹੀਂ ਲਏਗੀ, ਜਾਂ ਘੱਟੋ ਘੱਟ ਕਿਸਾਨਾਂ ਦੇ ਜਿਹੜੇ ਹਿੱਤ, ਜਿਵੇਂ ਕਿ ਕੇਂਦਰ ਸਰਕਾਰ ਦਾ ਇਹ ਕਹਿਣਾ ਹੈ, ਪ੍ਰਧਾਨ ਮੰਤਰੀ ਨੇ ਵੀ ਗੱਲ ਕਹੀ ਹੈ ਕਿ MSP ਅਸੀਂ ਜਾਰੀ ਰੱਖਾਂਗੇ, ਜਿਹੜਾ ਅਸੀਂ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਕਰਦੇ ਹਾਂ ਉਹ ਕੇਂਦਰ ਸਰਕਾਰ ਜਾਰੀ ਰੱਖੇਗਾ। ਔਰ ਸਰਕਾਰ ਤੋਂ ਕਿਸਾਨ ਇਹ ਮੰਗ ਕਰ ਰਹੇ ਆ ਕਿ ਉਹਨਾਂ ਨੂੰ ਇਹਦੇ ਲਈ ਇੱਕ ਬਕਾਇਦਾ ਤੌਰ ਤੇ ਇੱਕ ਵੱਖਰਾ ਐਕਟ ਹੋਵੇ, ਵੱਖਰਾ ਕਾਨੂੰਨ ਬਣੇ ਇਹਦੇ ਵਾਸਤੇ। ਔਰ ਜੇ ਕੇਂਦਰ ਸਰਕਾਰ ਇਹਦੇ ਲਈ ਕਾਨੂੰਨ ਬਣਾਉਂਦੀ ਹੈ ਕਿ MSP ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਕੇਂਦਰ ਸਰਕਾਰ ਵੱਲੋਂ ਉਹ ਜਾਰੀ ਰਹੇਗੀ, ਤਾਂ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਕਿਸਾਨਾਂ ਦੇ ਸੰਘਰਸ਼ ਦੀ ਔਰ ਕਿਸਾਨਾਂ ਦੇ ਅੰਦੋਲਨ ਦੀ। ਔਰ ਅੱਗੇ ਤੋਂ ਵੀ ਇਹ ਕਿਸਾਨਾਂ ਨੂੰ ਇੱਕ ਸਮਝ ਆ ਜਾਏਗੀ, ਜੋ ਇੱਕ ਹੋ ਕੇ ਜੇ ਸਖਤੀ ਨਾਲ ਅੰਦੋਲਨ ਕਰਦੇ ਆ ਤਾਂ ਕੋਈ ਵਜ੍ਹਾ ਨਹੀਂ ਕਿ ਉਹਨਾਂ ਦੇ ਉੱਤੇ ਮਨਮਰਜ਼ੀ ਦੇ ਕਾਨੂੰਨ ਲਾਗੂ ਕੀਤੇ ਜਾਣ, ਜਿਵੇਂ ਕਿ ਕੇਂਦਰ ਸਰਕਾਰ ਨੇ ਇੱਕ ਰਵੱਈਆ ਅਖਤਿਆਰ ਕੀਤਾ ਹੋਇਆ ਇਹਨਾਂ ਦਿਨਾਂ 'ਚ। ਮੇਰਾ ਖਿਆਲ ਹੈ ਵੀ ਕੇਂਦਰ ਸਰਕਾਰ ਨੂੰ ਵੀ ਇੰਨੀ ਗੱਲ ਦੀ ਸਮਝ ਆ ਜਾਏਗੀ, ਇੰਨੀ ਕੁ ਅਕਲ ਆ ਜਾਏਗੀ ਕਿ ਉਹਦੀ ਮਨਮਰਜ਼ੀ ਨਹੀਂ ਚੱਲਣੀ। ਦੂਜੀ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਹਾਲਾਂਕਿ ਬਹੁਤ ਯਤਨ ਕੀਤੇ ਗਏ ਆ। ਤੁਹਾਨੂੰ ਇੱਕ ਹੋਰ ਗੱਲ ਦੱਸਦਾ ਹਾਂ, ਕਿਸਾਨਾਂ ਦੇ ਇਸ ਅੰਦੋਲਨ ਦਾ ਅਸਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਦੇਖਿਆ ਜਾ ਰਿਹਾ। ਪੰਜਾਬ ਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ ਉਹ ਬਹੁਤ ਡਰੇ ਹੋਏ ਆ ਔਰ ਕੇਂਦਰ ਸਰਕਾਰ ਦੇ ਇਸ ਕਾਨੂੰਨ ਤੋਂ ਉਹ ਬਿਲਕੁਲ ਖਫਾ ਨੇ ਭਾਰਤੀ ਜਨਤਾ ਪਾਰਟੀ ਦੇ ਅੰਦਰ, ਔਰ ਉਹ ਵੀ ਕਿਤੇ ਨਾ ਕਿਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਆ। ਜਿਵੇਂ ਕਿ ਇੱਕ ਭਾਰਤੀ ਕਿਸਾਨ ਸੰਘ ਹੈ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਹੈ ਕਿਸਾਨਾਂ ਦਾ, ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ ਔਰ ਖੇਤੀ ਮਹਿਕਮੇ ਨੂੰ ਵੀ, ਕੇਂਦਰੀ ਮਹਿਕਮੇ ਨੂੰ ਵੀ ਇੱਕ ਚਿੱਠੀ ਲਿਖੀ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਕਿਸਾਨਾਂ ਦੀ ਮੰਗ ਹੈ, ਜਿਵੇਂ ਅਸੀਂ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਕਰ ਰਹੇ ਹਾਂ ਜਾਂ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਮੰਗ ਕਿਸਾਨ ਕਰ ਰਹੇ ਆ, ਉਹ ਲਿਖਤੀ ਰੂਪ ਦੇ ਵਿੱਚ, ਯਾਨੀ ਕਿ ਕਾਨੂੰਨੀ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕਿਸਾਨਾਂ ਦੀ ਮੰਗ ਨੂੰ ਮੰਨਿਆ ਜਾਵੇ।
ਇਹ ਭਾਰਤੀ ਸੰਘ ਨੇ ਨੂੰ ਵੀ ਮਜਬੂਰ ਹੋ ਕੇ ਲਿਖਣਾ ਪਿਆ ਆ। ਇਹ ਮਜਬੂਰ ਹੋ ਕੇ ਲਿਖਿਆ, ਇਹ ਨਹੀਂ ਕਿ ਭਾਰਤੀ ਕਿਸਾਨ ਸੰਘ ਜਿਹੜਾ ਹੈਗਾ ਉਹ ਕਿਸਾਨਾਂ ਦੇ ਹਿੱਤ ਵਿੱਚ, ਕਿਉਂਕਿ ਭਾਰਤੀ ਕਿਸਾਨ ਸੰਘ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਜਾਗਰਤੀ ਮੁਹਿੰਮ ਚਲਾਈ ਹੋਈ ਹੈ, ਯਾਨੀ ਕਿ ਉਹ ਕਿਸਾਨ ਅੰਦੋਲਨ ਦੇ ਬਿਲਕੁਲ ਖਿਲਾਫ ਆ। ਪਰ ਦੂਜੇ ਪਾਸੇ ਪੰਜਾਬ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਜਿਹੜਾ ਕਿਸਾਨ ਵਿੰਗ ਆ, ਜਿਹੜੇ ਉਹਦੇ ਲੀਡਰ ਆ, ਉਹ ਬੜੀ ਬੁਰੀ ਤਰ੍ਹਾਂ ਨਾਲ ਡਰੇ ਪਏ ਆ। ਸੋ ਤੁਸੀਂ ਦੇਖਿਆ ਇਹਦਾ ਡਰ, ਤੁਸੀਂ ਦੇਖਿਆ ਰਾਹੁਲ ਗਾਂਧੀ ਦੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ। ਰਾਹੁਲ ਗਾਂਧੀ ਨੂੰ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਇਜਾਜ਼ਤ ਮਿਲਣੀ ਚਾਹੀਦੀ ਸੀ ਉਵੇਂ ਹਰਿਆਣਾ ਸਰਕਾਰ ਨੇ, ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਆ, ਔਰ ਹਰਿਆਣਾ ਦੀ ਸਰਕਾਰ ਜਿਹੜੀ ਹੈ ਰਾਹੁਲ ਗਾਂਧੀ ਦੇ ਉਸ ਰੈਲੀ ਤੋਂ ਇੰਨੀ ਬੁਰੀ ਤਰ੍ਹਾਂ ਨਾਲ ਡਰੀ ਹੋਈ ਸੀ ਕਿ ਉਹਨਾਂ ਨੇ ਉਵੇਂ ਜਿਵੇਂ ਕਿ ਪੰਜਾਬ ਦੇ ਵਿੱਚੋਂ ਰੈਲੀ ਤੁਰੀ ਹੋਈ ਸੀ ਉਸ ਤਰ੍ਹਾਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ। ਕਦੇ ਕਿਹਾ ਕਿ ਤੁਸੀਂ ਜੀ ਇੱਕ ਟਰੈਕਟਰ ਲੈ ਕੇ ਆਓ, ਕਦੇ ਕਿਹਾ ਜੀ 3 ਟਰੈਕਟਰ ਨਾਲ ਤੁਸੀਂ ਆ ਸਕਦੇ ਹੋ, ਕਦੇ ਇਹ ਬੰਦਸ਼ਾਂ ਲਾਈਆਂ ਕਿ ਤੁਸੀਂ ਇੰਨੇ ਲੋਕ ਆ ਸਕਦੇ ਹੋ, ਇੰਨੇ ਲੋਕ ਨਹੀਂ ਆ ਸਕਦੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਇਸ ਗੱਲ ਦਾ ਭਾਰਤੀ ਜਨਤਾ ਪਾਰਟੀ ਨੂੰ ਖਤਰਾ ਹੈ ਕਿ ਕਿਤੇ ਜਿਹੜੀਆਂ ਵਿਰੋਧੀ ਧਿਰਾਂ ਉਹਦੀਆਂ ਉਹ ਇਸ ਅੰਦੋਲਨ ਦੇ ਵਿੱਚੋਂ ਆਪਣੀ ਉਹ ਜ਼ਮੀਨ, ਉਹ ਆਧਾਰ ਦੁਬਾਰਾ ਕਾਇਮ ਨਾ ਕਰ ਲੈਣ, ਜਿਹੜੇ ਆਧਾਰ ਨੂੰ ਉਹਨਾਂ ਨੇ ਆਪਣੇ ਤਰੀਕੇ ਨਾਲ, ਜ਼ਬਰ ਨਾਲ ਵੀ, ਲੋਕ ਰਾਏ ਨਾਲ ਵੀ ਭਾਰਤੀ ਜਨਤਾ ਪਾਰਟੀ ਨੇ ਜਿਵੇਂ ਉਹਨਾਂ ਨੂੰ ਦਬਾਇਆ ਆ, ਕਿਤੇ ਇਹ ਨਾ ਹੋਵੇ ਕਿ ਫਿਰ ਜਿਹੜਾ ਹੈਗਾ ਇਹ ਉਹ ਰੂਪ ਧਾਰ ਲਵੇ ਜਿਹਦੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਖਤਰਾ ਹੈ। ਜੀ ਹੁਣ ਵੱਧਦੇ ਹਾਂ ਅਗਲੀ ਸੁਰਖੀ ਵੱਲ। ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਫਤਿਹਗੜ੍ਹ ਸਾਹਿਬ ਵਿਖੇ 13 ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਹੈ, ਜਿਸ ਵਿੱਚ ਖੇਤੀ ਕਾਨੂੰਨ ਖਿਲਾਫ ਜਿਹੜੇ ਲੱਖੋਵਾਲ ਯੂਨੀਅਨ ਨੇ ਦਾਇਰ ਕੀਤੀ ਸੀ ਪਟੀਸ਼ਨ, ਉਹਦੇ ਉੱਤੇ ਚਾਨਣਾ ਪਾਓ। ਇਹ ਬੜੀ ਮਤਲਬ ਅਜੀਬ ਗੱਲ ਹੈ। ਅਸੀਂ ਉਸ ਦਿਨ ਵੀ ਗੱਲ ਕੀਤੀ ਜਿਸ ਦਿਨ ਲੱਖੋਵਾਲ ਨੇ ਦਾਇਰ ਕੀਤੀ ਸੀ ਪਟੀਸ਼ਨ, ਔਰ ਇਹਦੇ ਵਿੱਚ ਜਿਹੜੇ ਦੂਜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਸੀ ਕਿ ਕੋਈ ਅਸੀਂ ਕਾਨੂੰਨੀ ਕਾਰਵਾਈ ਕਰੀਏ, ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ ਔਰ ਸਪਸ਼ਟ ਕੀਤਾ ਸੀ ਕਿ ਜਿਸ ਤਰ੍ਹਾਂ ਨਾਲ ਅਦਾਲਤਾਂ ਦੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਹੈ ਇੱਕ ਦਬਾਅ ਦੇ ਅੰਦਰ, ਇਸ ਮੌਕੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਉਹਨਾਂ ਨੂੰ ਅਦਾਲਤਾਂ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਉਹਨਾਂ ਦੇ ਲਈ ਕੋਈ ਇਨਸਾਫ ਦਾ ਜਿਹੜਾ ਹੈਗਾ ਉਹ ਹੁਕਮ ਜਾਰੀ ਕਰਨਗੇ। ਇਸ ਕਰਕੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀ ਕਿ ਅਸੀਂ ਅਦਾਲਤ ਵਿੱਚ ਨਹੀਂ ਜਾਵਾਂਗੇ। ਔਰ ਇਹਨੂੰ ਲੈ ਕੇ ਕਾਫੀ ਸਾਰੀ ਜਿਹੜੀ ਹੈ ਆਲੋਚਨਾ ਵੀ ਹੋਈ, ਕਿਉਂਕਿ ਲੱਖੋਵਾਲ ਜਿਹੜੀ ਯੂਨੀਅਨ ਆ ਉਹ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ, ਔਰ ਇਹਨੂੰ ਲੈ ਕੇ ਬਿਲਕੁਲ ਜਿਹੜਾ ਹੈਗਾ ਇੱਕ ਲੋਕਾਂ ਨੇ ਅਕਾਲੀ ਦਲ ਦੇ ਖਿਲਾਫ ਵੀ ਕਮਰੇ ਕੱਸ ਲਏ ਸੀ। ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਸਬਟਾਜ ਕਰ ਰਿਹਾ, ਅਕਾਲੀ ਦਲ ਜਿਹੜੇ ਕਿਸਾਨ ਅੰਦੋਲਨ ਆ ਉਹਨੂੰ ਫੇਲ ਕਰਨ ਦਾ ਯਤਨ ਕਰ ਰਿਹਾ ਆ, ਉਹਨੂੰ ਇਸ ਤਰ੍ਹਾਂ ਦੇ ਅਦਾਲਤੀ ਕਾਨੂੰਨੀ ਕਾਰਵਾਈ ਦੇ ਵਿੱਚ ਉਲਝਾਉਣ ਦਾ ਯਤਨ ਕੀਤਾ ਜਾ ਰਿਹਾ ਆ। ਸੋ ਇਹਦਾ ਜਦੋਂ ਭਾਰੀ ਵਿਰੋਧ ਹੋਇਆ ਉਦੋਂ ਲੱਖੋਵਾਲ ਦੀ ਜਿਹੜੀ ਯੂਨੀਅਨ ਆ ਉਹਦੇ ਆਗੂ ਵੀ ਡਰ ਗਏ ਕਿ ਹੁਣ ਜਿਹੜਾ ਹੈਗਾ, ਕਿਉਂਕਿ ਵਾਰ-ਵਾਰ ਇਸ ਤਰ੍ਹਾਂ ਦੇ ਪੈਂਤੜੇ ਸਾਹਮਣੇ ਆਏ ਆ ਕੁਛ ਧਿਰਾਂ ਵੱਲੋਂ, ਅਕਾਲੀ ਦਲ ਦੇ ਉੱਤੇ ਵੀ ਦੋਸ਼ ਲੱਗਦਾ ਰਿਹਾ, ਜਿਹਦੇ ਨਾਲ ਕਿ ਸਾਫ਼ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਹ ਜਿਹੜੇ ਇਸ ਤਰ੍ਹਾਂ ਦੀ ਕਾਰਵਾਈਆਂ ਵਿੱਚ ਚੱਲ ਰਹੀਆਂ ਸੀ, ਚਾਹੀਦਾ ਤੇ ਇਹ ਸੀ ਕਿ ਸਾਰੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਕਰਨ ਔਰ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੇਈਮਾਨ ਗਰੁੱਪ ਨਾ ਹੋਵੇ, ਕਿ ਧੜਾ ਬੇਈਮਾਨ ਨਾ ਹੋਵੇ ਜਿਹੜਾ ਇਸ ਅੰਦੋਲਨ ਨੂੰ ਅਸਫਲ ਕਰਨ ਦਾ ਯਤਨ ਕਰਨ ਦੀ ਸਾਜ਼ਿਸ਼ ਕਰੇ। ਔਰ ਇਹਦੇ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਕਾਰਵਾਈਆਂ ਸਾਜ਼ਿਸ਼ ਦੇ ਰੂਪ ਵਿੱਚ ਵੀ ਦੇਖੀਆਂ ਜਾ ਰਹੀਆਂ ਸੀ। ਸੋ ਜਦੋਂ ਵਿਰੋਧ ਉੱਠਿਆ ਤਾਂ ਉਦੋਂ ਮੇਰਾ ਖਿਆਲ ਹੈ ਕਿ ਇਹ ਗੱਲ ਉਹਨਾਂ ਨੂੰ ਸਮਝ ਆ ਗਈ ਕਿ ਉਹਨਾਂ ਦੇ ਜਿਹੜੇ ਇਹ ਪੈਂਤੜੇ ਆ, ਜਿਸ ਤਰ੍ਹਾਂ ਦੇ ਪੈਂਤੜੇ ਅਪਣਾ ਰਹੇ ਆ, ਉਹ ਵੱਖਰੇ ਵੱਖਰੇ ਲੋਕਾਂ ਨੂੰ ਗੁੰਮਰਾਹ ਕਰਨ ਦੇ, ਕਿਸਾਨ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਦੇ, ਜਾਂ ਕਿਸਾਨਾਂ ਦੀ ਜਿਹੜੀ ਮਦਦ ਤੇ ਲੋਕ ਉਤਰੇ ਹੋਏ ਉਹਨਾਂ ਨੂੰ ਗੁੰਮਰਾਹ ਕਰਨ ਦੇ ਜਿਹੜੇ ਪੈਂਤੜੇ ਅਪਣਾ ਰਹੇ ਆ, ਵੀ ਹੁਣ ਨਹੀਂ ਚੱਲਣੇ। ਸੋ ਉਹਨਾਂ ਨੂੰ ਪਿੱਛੇ ਹਟਣਾ ਪਿਆ। ਤਾਂ ਇਹ ਚੰਗੀ ਗੱਲ ਹੈ ਕਿ ਉਹ ਇਹ ਗੱਲ ਸਮਝ ਗਏ ਆ ਔਰ ਪਿੱਛੇ ਹਟ ਗਏ ਆ। ਲੇਕਿਨ ਅੱਜ ਜਿਹੜਾ ਹੈਗਾ ਇੱਕ ਗੱਲ ਇਹ ਸਪਸ਼ਟ ਹੋਣੀ ਹੈ, ਜਿਹੜੀ ਤੁਸੀਂ ਜਥੇਬੰਦੀ ਦੀ ਮੀਟਿੰਗ ਦੀ ਗੱਲ ਕਰਦੇ ਹੋ, ਇਹਦੇ ਵਿੱਚ ਇਹ ਵੀ ਸਪਸ਼ਟ ਹੋਊਗਾ, ਜਿਹੜੇ ਅੱਜ ਮੀਟਿੰਗ ਹੋਣੀ ਹੈ ਵੱਖ-ਵੱਖ ਜਥੇਬੰਦੀਆਂ ਦੀ ਜਿਹੜੇ ਅੰਦੋਲਨ ਕਰ ਰਹੇ ਕਿਸਾਨ, ਕਿ ਉਹਨਾਂ ਨੇ ਜਿਹੜਾ ਸੱਦਾ ਦਿੱਤਾ ਕੇਂਦਰ ਸਰਕਾਰ ਦਾ ਉਹਦੇ ਵਿੱਚ ਸ਼ਮੂਲੀਅਤ ਕਰਨੀ ਜਾਂ ਨਹੀਂ ਕਰਨੀ, ਇਹ ਅੱਜ ਜਿਹੜਾ ਹੈਗਾ ਇਹ ਵੀ ਫੈਸਲਾ ਹੋ ਜਾਏਗਾ। ਔਰ ਮੈਨੂੰ ਉਮੀਦ ਹੈ ਕਿ ਸ਼ਾਇਦ ਕੇਂਦਰ ਸਰਕਾਰ ਦੇ ਨਾਲ ਇਹ ਮੀਟਿੰਗ ਹੋਊਗੀ, ਗੱਲਬਾਤ ਹੋਊਗੀ, ਲੇਕਿਨ ਕੇਂਦਰ ਸਰਕਾਰ ਦੀਆਂ ਸ਼ਰਤਾਂ ਨਹੀਂ ਮੰਨਣੀਆਂ ਚਾਹੀਦੀਆਂ। ਜੋ ਮੇਰੀ ਰਾਏ ਹੈਗੀ, ਨਿੱਜੀ ਰਾਏ ਹੈਗੀ ਹੈ, ਕੇਂਦਰ ਸਰਕਾਰ ਨੂੰ ਬਿਲਕੁਲ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਸਾਡੇ ਕਿਸਾਨਾਂ ਦੇ ਆਹ ਹਿੱਤ ਹੈਗੇ ਆ ਔਰ ਇਹਨਾਂ ਹਿੱਤਾਂ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਜੇ ਇਹਨਾਂ ਹਿੱਤਾਂ ਦੇ ਨਾਲ ਖਿਲਵਾੜ ਕੀਤਾ ਗਿਆ ਤਾਂ ਇਹ ਅੰਦੋਲਨ ਸਾਡਾ ਇਵੇਂ ਹੀ ਬਰਕਰਾਰ ਰਹੇਗਾ। ਜੀ ਹੁਣ ਵੱਧਦੇ ਹਾਂ ਅਗਲੀ ਸੁਰਖੀ ਦੇ ਵੱਲ। ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਹਾਥਰਸ ਪੀੜਤ ਪਰਿਵਾਰ ਦੀ ਸੁਰੱਖਿਆ ਦੇ ਲਈ ਜਿਹੜਾ ਜਵਾਬ ਮੰਗਿਆ ਹੈ,
ਤੇ ਉਹਦੇ ਉੱਤੇ ਦੱਸੋ ਕਿ ਯੂਪੀ ਸਰਕਾਰ ਦੀ ਕੀ ਤਿਆਰੀ ਹੈ ਜਵਾਬ ਦੀ? ਦੇਖੋ ਮੈਂ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਇੱਕ ਹੈਡਿੰਗ ਵੀ ਪੜ੍ਹ ਰਿਹਾ ਸੀ ਇਸ ਖਬਰ ਦਾ ਜੀ ਕਿ ਸੁਪਰੀਮ ਕੋਰਟ ਨੇ ਇਹਨੂੰ ਬਹੁਤ ਖਤਰਨਾਕ ਕਰਾਰ ਦਿੱਤਾ ਆ ਇਸ ਕਾਂਡ ਨੂੰ, ਠੀਕ ਹੈ ਔਰ ਸੁਪਰੀਮ ਕੋਰਟ ਨੇ ਇਹਦੇ ਉੱਤੇ ਬਹੁਤ ਸਖਤ ਟਿੱਪਣੀ ਕੀਤੀ ਹੈ ਜੀ ਔਰ ਕਰਨੀ ਬਣਦੀ ਵੀ ਹੈ। ਮੈਂ ਤਾਂ ਇਹ ਗੱਲ ਕਹਿਣਾ ਆ ਕਿ ਇਹ ਇੰਨੀ ਸ਼ਰਮਨਾਕ, ਹਾਲਾਂਕਿ ਇਹ ਕੋਈ ਪਹਿਲੀ ਘਟਨਾ ਹਿੰਦੁਸਤਾਨ ਦੇ ਵਿੱਚ ਨਹੀਂ ਹੋਈ ਔਰ ਯੂਪੀ ਦੇ ਵਿੱਚ ਪਹਿਲੀ ਕੋਈ ਘਟਨਾ ਨਹੀਂ ਹੋਈ। ਹਾਂਜੀ ਇਹਦੇ ਨਾਲ ਇੱਕ ਹੋਰ ਵੀ ਖਬਰ ਅੱਜ ਛਪੀ ਹੋਈ ਹੈ ਕਿ ਇਸ ਜਿਹੜਾ ਇਹ ਲੜਕੀ ਦੇ ਨਾਲ ਜੋ ਕੁਝ ਕੀਤਾ ਗਿਆ, ਜੀ ਉਸ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਲੋਕ ਜਿਹੜਾ ਉਹਦੇ ਹੱਕ ਵਿੱਚ ਡਟੇ ਹੋਏ ਆ, ਜੀ ਉਦੋਂ ਇੱਕ ਹੋਰ ਘਟਨਾ ਵਾਪਰਦੀ ਹੈ, ਇੱਕ ਹੋਰ ਲੜਕੀ ਦੇ ਨਾਲ ਉੱਥੇ ਜਿਹੜਾ ਹੈਗਾ ਜਬਰ ਜਨਾਹ ਹੁੰਦਾ ਆ ਜੀ ਔਰ ਇਹ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ। ਔਰ ਮਾੜੀ ਗੱਲ ਇਹ ਆ ਵੀ ਇੱਕ ਖਾਸ ਧਰਮ ਨੂੰ ਟਾਰਗੇਟ ਕਰਨਾ, ਨਿਸ਼ਾਨਾ ਬਣਾਉਣਾ, ਜੀ ਦਲਿਤਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਜਾਂ ਜਿਹੜਾ ਹੈਗਾ ਗੈਰ ਹਿੰਦੂ ਪਰਿਵਾਰਾਂ ਦੇ ਉਹਨਾਂ ਹੋਰ ਘੱਟ ਗਿਣਤੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ, ਇਹ ਯੂਪੀ ਦੇ ਵਿੱਚ ਇੱਕ ਕਲਚਰ ਬਣ ਚੁੱਕਿਆ ਹੈ, ਇੱਕ ਸੱਭਿਆਚਾਰ ਬਣ ਚੁੱਕਿਆ ਹੈ ਔਰ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਆ। ਜੀ ਇਹ ਕੋਈ ਸਿੰਪਲ ਜਿਹੜਾ ਹੈਗਾ ਇਹ ਜਬਰ ਜਨਾਹ ਦਾ ਮਾਮਲਾ ਨਹੀਂ ਹੈਗਾ। ਦਲਿਤ ਕਿਉਂਕਿ ਹਿੰਦੁਸਤਾਨ ਦੇ ਵਿੱਚ ਵੱਡੀ ਗਿਣਤੀ ਵਿੱਚ ਹੈਗੇ ਆ ਔਰ ਸਿੱਧਾ ਦਲਿਤ ਪਰਿਵਾਰਾਂ ਨੂੰ ਦਬਾਉਣ ਵਾਸਤੇ ਜਿਹੜੇ ਹੈਗੇ ਇਸ ਤਰ੍ਹਾਂ ਜਬਰ ਕੀਤੇ ਜਾ ਰਹੇ ਆ। ਜੇ ਇਹ ਨੀਤੀ ਨਾ ਹੁੰਦੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ 2-3 ਮੁੰਡੇ ਉੱਠ ਕੇ ਕਿਸੇ ਬੱਚੀ ਦੇ ਨਾਲ ਇਹ ਕੰਮ ਕਰਦੇ ਆ, ਜੀ ਉਹਨੂੰ ਕਤਲ ਕਰਦੇ ਆ, ਉਹਦੇ ਨਾਲ ਜਬਰ ਜਨਾਹ ਕਰਦੇ ਆ ਔਰ 11 ਦਿਨਾਂ ਬਾਅਦ ਫੋਰੈਂਸਿਕ ਲੈਬ 'ਚ ਉਹਨਾਂ ਦੀ ਜਿਹੜੀ ਹੈਗੀ ਉਹ ਸੈਂਪਲ ਭੇਜਿਆ ਜਾਂਦਾ ਆ ਉਸ ਪੀੜਤ ਲੜਕੀ ਦਾ, ਜਿਹੜੀ ਕਿ ਹੁਣ ਇਸ ਦੁਨੀਆ 'ਚ ਨਹੀਂ ਹੈਗੀ ਜੀ ਔਰ ਕੋਈ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਸਗੋਂ ਅੱਧੀ ਰਾਤ ਨੂੰ ਉਹਨੂੰ ਜਿਹੜਾ ਅਗਨੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਸੋ ਇਹ ਬਿਲਕੁਲ ਇੱਕ ਸਾਫ਼ ਤੇ ਸਪਸ਼ਟ ਸੰਕੇਤ ਹੈ ਕਿ ਦਲਿਤ ਪਰਿਵਾਰਾਂ ਨੂੰ, ਗਰੀਬ ਤਬਕੇ ਨੂੰ ਜਿਹੜਾ ਇਹ ਦਬਾਉਣ ਦਾ ਜਿਹੜਾ ਇੱਕ ਸਾਜ਼ਿਸ਼ ਹੈ ਔਰ ਉਸ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋ ਰਿਹਾ ਆ। ਸੁਪਰੀਮ ਕੋਰਟ ਠੀਕ ਹੈ, ਸੁਪਰੀਮ ਕੋਰਟ ਨੇ ਤਾਂ ਇੱਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਹੁੰਦਾ ਹੈ, ਲੇਕਿਨ ਇਹਦੇ ਲਈ ਜਿਹੜੀਆਂ ਗੈਰ ਸਿਆਸੀ ਜਿਹੜੇ ਲੋਕ ਹੈਗੇ ਆ, ਜਿਹੜੇ ਚੇਤੰਨ ਲੋਕ ਹੈਗੇ ਆ, ਜਿਹੜੇ ਧਰਮਾਂ ਤੋਂ, ਜਿਹੜੇ ਇਸ ਤਰ੍ਹਾਂ ਦੇ ਗੁਨਾਹਾਂ ਤੋਂ ਉੱਪਰ ਉੱਠ ਕੇ ਤੇ ਇੱਕ ਇਨਸਾਨੀਅਤ ਰੂਪ 'ਚ ਸਾਰਾ ਕੁਝ ਵੇਖ ਰਹੇ ਆ, ਉਹਨਾਂ ਨੂੰ ਏਕਤਾ ਵੱਲ ਵਧਣਾ ਚਾਹੀਦਾ, ਉਹਨਾਂ ਨੂੰ ਇੱਕ ਹੋਣਾ ਚਾਹੀਦਾ ਇਹੋ ਜਿਹੇ ਘਟਨਾਵਾਂ ਦੇ ਖਿਲਾਫ। ਔਰ ਹਰੇਕ ਰਾਜਸੀ ਪਾਰਟੀ ਦੇ ਲਈ ਜਿਹੜਾ ਹੈਗਾ ਇੱਕ ਐਸਾ ਇਤਿਹਾਸਕ ਅੰਦੋਲਨ ਛੇੜਨਾ ਚਾਹੀਦਾ ਹੈ ਕਿ ਇਹਨਾਂ ਪਾਰਟੀਆਂ ਨੂੰ ਸਮਝ ਆ ਜਾਵੇ ਕਿ ਜੇ ਸੱਤਾ ਵਿੱਚ ਆਉਣੇ ਹੋ ਤਾਂ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਨਹੀਂ ਕਿ ਤੁਸੀਂ ਜੋ ਚਾਹੋ ਉਹ ਕਰੋਗੇ, ਕਿਉਂਕਿ ਇਹ ਮਾਮਲਾ ਬਹੁਤ ਦੁਖਦਾਇਕ ਆ, ਇਹ ਮਾਮਲਾ ਬਹੁਤ ਗੰਭੀਰ ਆ ਔਰ ਇਹ ਮਾਮਲਾ ਸਿੰਪਲ ਇੱਕ ਜਬਰ ਜਨਾਹ ਦਾ ਨਹੀਂ ਹੈ। ਇਹ ਗਰੀਬ ਲੜਕੀਆਂ, ਗਰੀਬ ਪਰਿਵਾਰਾਂ ਦੀ ਲੜਕੀਆਂ ਨਾਲ ਜਬਰ ਜਨਾਹ ਕਰਨ ਦਾ ਇੱਕ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਹੈਗਾ ਸਿੱਧਾ ਇਹ ਡਰਾਇਆ ਗਿਆ ਕਿ ਜੇ ਤੁਸੀਂ ਸਾਡੇ ਹਿਸਾਬ ਨਾਲ ਨਹੀਂ ਚੱਲੋਗੇ ਤਾਂ ਤੁਹਾਡੀ ਹਾਲਤ ਇਹ ਹੋਏਗੀ, ਤੁਹਾਡੀਆਂ ਬੱਚੀਆਂ ਨਾਲ ਇਸ ਤਰ੍ਹਾਂ ਦੇ ਜਿਹੜੇ ਹੈਗੇ ਜਬਰ ਜਨਾਹ ਹੋਣਗੇ ਔਰ ਅਸੀਂ ਤੁਹਾਨੂੰ ਜਿਹੜਾ ਹੈਗਾ ਹਰ ਪੱਖੋਂ ਜਿਹੜਾ ਅਸੀਂ ਜ਼ਲੀਲ ਕਰਾਂਗੇ। ਔਰ ਇਹ ਜਿਹੜੀ ਸਾਜ਼ਿਸ਼ ਆ, ਇਹ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਾਸਤੇ ਲੋਕਾਂ ਨੂੰ ਅੱਗੇ ਆਉਣਾ ਪਏਗਾ। ਇਹ ਵੀ ਹੈ ਸਰ, ਇਹਦੇ ਵਿੱਚ ਜਿੱਦਾਂ ਇੱਕ ਤਰਫ ਤਾਂ ਬੀਜੇਪੀ ਸਰਕਾਰ ਜਿਹੜੀ ਹੈ ਮਹਿਲਾ ਸਸ਼ਕਤੀਕਰਨ ਨੂੰ ਬਹੁਤ ਜ਼ਿਆਦਾ ਸਮਰਥਨ ਦਿੰਦੀ ਹੈ ਨਾ। ਉਹ ਕਹਿੰਦੇ ਕਿ ਜੀ ਅਸੀਂ ਮਹਿਲਾ ਵਾਸਤੇ ਬਹੁਤ ਕੁਝ ਕਰ ਰਹੇ ਹਾਂ, ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਵੀ ਅੱਗੇ ਵਧਾਇਆ ਗਿਆ ਆ। ਪਰ ਦੂਜੇ ਪਾਸੇ ਦੇਖਿਆ ਜਾਵੇ ਬੀਜੇਪੀ ਸਰਕਾਰ ਬੈਠੀ ਹੋਈ ਹੈ ਕੇਂਦਰ ਦੇ ਵਿੱਚ, ਪਰ ਇਹੋ ਜਿਹੇ ਹਾਦਸੇ ਲਗਾਤਾਰ ਵਾਪਰੀ ਜਾ ਰਿਹਾ। ਨਿਰਭਇਆ ਕਾਂਡ ਤੋਂ ਬਾਅਦ ਲਗਾਤਾਰ ਇਹੋ ਜਿਹੇ ਜਿਹੜੇ ਹਾਦਸੇ ਨੇ ਉਹ ਵਾਪਰ ਰਹੇ ਆ ਤੇ ਇਹ ਬਹੁਤ ਦੁਖਦਾਈ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਕਦੋਂ ਇਹ ਜਿਹੜੇ ਇਦਾਂ ਦੇ ਹਾਦਸੇ ਆ ਉਹ ਵਾਪਰਨੇ ਜਿਹੜੇ ਆ ਉਹ ਬੰਦ ਹੋਣਗੇ। ਇਹ ਬਹੁਤ ਜਿਹੜੀ ਹੈ ਦੁਖਦਾਈ ਗੱਲ ਹੈ। ਨਹੀਂ, ਜਿਹੜਾ ਸਰਕਾਰ ਦੇ ਜਿਹੜੇ ਸਰਕਾਰ ਦੇ ਪ੍ਰੋਗਰਾਮ ਹੈਗੇ ਆ, ਪ੍ਰੋਗਰਾਮ ਤੇ ਸਰਕਾਰ ਦਾ ਜਿਹੜਾ ਅਮਲ ਹੈ ਜੀ, ਉਹਦੇ ਵਿੱਚ ਬੜਾ ਅੰਤਰ ਹੈ, ਬੜਾ ਫਰਕ ਹੈਗਾ। ਸਰਕਾਰ ਪ੍ਰੋਗਰਾਮ ਕੁਝ ਹੋਰ ਬਣਾਉਂਦੀ ਹੈ ਪਰ ਅਮਲੀ ਰੂਪ 'ਚ ਸਰਕਾਰ ਦਾ ਚਿਹਰਾ ਕੁਝ ਸਾਨੂੰ ਹੋਰ ਨਜ਼ਰ ਆਉਂਦਾ ਆ ਜੀ। ਇਹ ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ, ਇਹ ਸਾਰੇ ਜਿਹੜੇ ਨਾਅਰੇ ਆ ਇਹ ਕਾਗਜ਼ੀ ਨਾਅਰੇ ਹੈਗੇ ਆ। ਇੱਥੋਂ ਤੱਕ ਕਿ ਇੱਕ ਸਫਾਈ ਅਭਿਆਨ ਪ੍ਰਧਾਨ ਮੰਤਰੀ ਨੇ ਚਲਾਇਆ ਸੀ, ਉਹ ਵੀ ਅਸੀਂ ਦੇਖਿਆ ਕਿ ਕਾਗਜ਼ਾਂ ਦੇ ਵਿੱਚ ਹੈਗਾ। ਤੁਸੀਂ ਆਪਣੇ ਗਲੀ ਮੁਹੱਲੇ ਦੇ ਵਿੱਚ ਹੀ ਵੇਖ ਲਓ ਹਾਲਾਤ ਕੀ ਹੈਗੇ ਆ, ਜਿਹੜੀਆਂ ਉਹਨਾਂ ਦੀ ਜਿਹੜੀਆਂ ਮਿਊਨਿਸਪੈਲਿਟੀਆਂ ਹੈਗੀਆਂ ਉਹ ਕਿੰਨੀਆਂ ਕੁ ਕਾਰਗਰ ਹੈਗੀਆਂ। ਜੇ ਤੁਸੀਂ ਇਹਨੂੰ ਛੱਡੋ, ਜੇ ਤੁਸੀਂ ਸਫਾਈ ਅਭਿਆਨ ਦੀ ਗੱਲ ਕਰ ਲਈਏ, ਬੇਟੀ ਬਚਾਉਣ ਦੀ ਗੱਲ ਤਾਂ ਜਿਹੜੀ ਹੈਗੀ ਉਹ ਸਾਡੇ ਸਾਹਮਣੇ ਹੈ। ਰੋਜ਼ ਅਸੀਂ ਇਸ ਤਰ੍ਹਾਂ ਦੇ ਘਟਨਾਵਾਂ ਘੱਟੋ ਘੱਟ ਅਸੀਂ ਉਹਨਾਂ ਸੂਬਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਤਾਦਾਦ 'ਚ ਵੇਖ ਰਹੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਜਿਹੜੇ ਇਹਨਾਂ ਨੇ ਸਫਾਈ ਅਭਿਆਨ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਉਹਦੇ ਵਿੱਚ ਅੱਜ ਜੇ ਕੋਈ ਗਾਈ ਕਿਸੇ ਹਾਦਸੇ ਵਿੱਚ ਮਰ ਜਾਂਦੀ ਹੈ ਤਾਂ ਉਹਨੂੰ ਚੱਕਣ ਲਈ ਕੋਈ ਅੱਗੇ ਨਹੀਂ ਆਉਂਦਾ, ਡਰਦਾ। ਉਹਨਾਂ ਨੂੰ ਇਹ ਲੱਗਦਾ ਹੈ ਵੀ ਕੱਲ੍ਹ ਨੂੰ ਕੋਈ ਨਾ ਕੋਈ ਹਿੰਦੂ ਜਥੇਬੰਦੀ ਉੱਠੇਗੀ, ਉਹਦੇ ਤੇ ਤਸ਼ੱਦਦ ਕਰੇਗੀ
ਉਹਦੇ ਤੇ ਇਲਜ਼ਾਮ ਲੱਗੇਗਾ ਕਿ ਗਾਈ ਨੂੰ ਤੂੰ ਮਾਰਿਆ ਆ। ਜੀ ਇਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਕਿੰਨਾ ਤਸ਼ੱਦਦ ਕੀਤਾ ਗਿਆ ਗਾਈ ਦੇ ਨਾਂ ਤੇ। ਜੀ ਇਸੇ ਤਰ੍ਹਾਂ ਇੱਕ ਪਾਸੇ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਹਾਥਰਸ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਜੀ ਔਰ ਕਾਰਵਾਈ ਨਹੀਂ ਕਰ ਰਹੀ ਸਰਕਾਰ। ਜਿਹੜੀ ਕਹਿੰਦੀ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਉਹ ਸਰਕਾਰ ਉਹਨਾਂ ਦੇ ਖਿਲਾਫ ਉਹ ਬਣਦੀ ਕਾਰਵਾਈ ਨਹੀਂ ਕਰ ਰਹੀ ਜਿਹੜੀ ਕਰਨੀ ਚਾਹੀਦੀ ਸੀ। ਜੇ ਸਰਕਾਰ ਇਮਾਨਦਾਰ ਹੁੰਦੀ ਤਾਂ ਲੋਕਾਂ ਨੂੰ ਰੋਣੇ ਪਿੱਟਣੇ ਸੜਕ ਤੇ ਆ ਕੇ ਕਿਉਂ ਕਰਨੇ ਪੈਂਦੇ, ਕਿਉਂ ਆ ਕੇ ਉਹਨਾਂ ਨੂੰ ਰਾਤ ਦਿਨ ਸੜਕ ਤੇ ਬੈਠ ਕੇ ਇਨਸਾਫ ਦੀ ਮੰਗ ਕਰਨੀ ਪੈਂਦੀ। ਹਾਥਰਸ ਕਾਂਡ ਦੇ ਵਿੱਚ ਸਰਕਾਰ ਦੀ ਭੂਮਿਕਾ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਹਰ ਕੰਮ ਜ਼ਬਰ ਨਾਲ ਕਰ ਰਹੀ ਹੈ। ਪਰਿਵਾਰ ਕਹਿੰਦਾ ਕਿ ਸਾਨੂੰ CBI ਦੀ ਇਨਕੁਆਇਰੀ ਦੀ ਮੰਗ ਅਸੀਂ ਨਹੀਂ ਕਰ ਰਹੇ, ਪਰ ਸਰਕਾਰ ਧੱਕੇ ਨਾਲ ਜਿਹੜਾ ਹੈਗਾ ਉਹ ਕਹਿੰਦੀ ਕਿ CBI ਇਸ ਕਾਂਡ ਦੀ ਇਨਕੁਆਇਰੀ ਕਰੇਗੀ। ਹਰ ਕੰਮ ਧੱਕੇ ਨਾਲ, ਮਤਲਬ ਹੈ ਕਿ ਮਾਪਿਆਂ ਨੂੰ ਭਰਾਵਾਂ ਨੂੰ ਉਸ ਲੜਕੀ ਦਾ ਦਾਹ ਸੰਸਕਾਰ ਵੀ ਨਹੀਂ ਕਰਨ ਦਿੱਤਾ। ਉਹ ਵੀ ਸਰਕਾਰ ਨੇ ਚੁੱਪ ਚੁਪੀਤੇ ਅੱਧੀ ਰਾਤ ਨੂੰ ਜਾ ਕੇ ਦਾਹ ਸੰਸਕਾਰ ਕੀਤਾ। ਜੇ ਸਰਕਾਰ ਇਮਾਨਦਾਰ ਹੋਵੇ, ਜੇ ਸਰਕਾਰ ਦਾ ਕੋਈ ਕਸੂਰ ਨਾ ਹੋਵੇ, ਜੇ ਸਰਕਾਰ ਕਸੂਰਵਾਰਾਂ ਨੂੰ ਨਾ ਬਚਾ ਰਹੀ ਹੋਵੇ ਤਾਂ ਉਹਨੂੰ ਇਦਾਂ ਦੇ ਕੰਮ ਕਰਨ ਦੀ ਕੀ ਲੋੜ ਆ? ਕੀ ਲੋਕਾਂ ਨੂੰ ਸਮਝ ਨਹੀਂ ਆਉਂਦੀ? ਇਹ ਤਾਂ ਤੁਸੀਂ ਬਿਲਕੁਲ ਸਹੀ ਗੱਲ ਕਹਿ ਰਹੇ ਆ ਕਿ ਦੇਖੋ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹਿਲਾਂ ਘਰ ਪਹੁੰਚੇ ਆ ਪੀੜਤਾ ਦੇ, ਉਸ ਤੋਂ ਅਗਲੇ ਦਿਨ ਹੀ SIT ਦੀ ਟੀਮ ਆਈ। ਠੀਕ ਹੈ, ਫਿਰ ਕਾਰਵਾਈ ਜਿਹੜੀ 144 ਦੀ ਧਾਰਾ ਵੀ ਲਾ ਦਿੱਤੀ, ਉਹਨਾਂ ਦੇ ਘਰ ਨੂੰ ਜਿਹੜਾ ਆ ਨਜ਼ਰਬੰਦ ਕਰ ਦਿੱਤਾ ਪਰਿਵਾਰ ਨੂੰ, ਹੈ ਨਾ। ਇਹ ਬਹੁਤ ਜਿਹੜੀ ਆ ਇਹ ਕੇਸ ਦੇ ਵਿੱਚ ਉਹਨਾਂ ਦੇ ਘਰ ਤੱਕ ਕਿਸੇ ਨੂੰ ਦੇਖੋ ਨਾ ਤੁਸੀਂ, ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਉਹਦੇ ਘਰ ਜਾਣ ਤੋਂ ਕਿਵੇਂ ਕਿੰਨੇ ਉਹਨਾਂ ਨੂੰ ਉਹਦੇ ਲਈ ਕਿੰਨੀ ਮੁਸ਼ੱਕਤ ਕਰਨੀ ਪਈ ਹੈ। ਪ੍ਰਿਯੰਕਾ ਗਾਂਧੀ ਨੂੰ ਤਾਂ ਧੱਕੇ ਵੀ ਮਾਰੇ ਗਏ, ਬਾਅਦ 'ਚ ਪੁਲਿਸ ਨੇ ਮੁਆਫੀ ਵੀ ਮੰਗੀ। ਉੱਥੇ ਤਾਂ ਕਿਸੇ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਕਿੰਨੇ ਲੋਕਾਂ ਦੇ ਖਿਲਾਫ, ਕਿੰਨੇ ਲੀਡਰਾਂ ਦੇ ਖਿਲਾਫ ਲਾਠੀ ਚਾਰਜ ਹੋਇਆ, ਉਹਨਾਂ ਨੂੰ ਫੱਟੜ ਕੀਤਾ ਗਿਆ, ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਏ ਗਏ। ਐਡਾ ਮਤਲਬ ਹੈ ਕਿ ਤੁਸੀਂ ਇਸ ਕਾਂਡ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਐਡਾ ਡੰਬਰ ਰਚਨਾ ਪਿਆ ਹੈ ਸਰਕਾਰ ਨੂੰ। ਕੀ ਸਰਕਾਰ ਇਹ ਸੋਚਦੀ ਹੈ ਕਿ ਇਸ ਤਰ੍ਹਾਂ ਅਸੀਂ ਗਰੀਬ ਪਰਿਵਾਰਾਂ ਨੂੰ ਜਾਂ ਦਲਿਤ ਪਰਿਵਾਰਾਂ ਨੂੰ ਇਸ ਤਰ੍ਹਾਂ ਦਬਾ ਲਵਾਂਗੇ? ਮੇਰਾ ਨਹੀਂ ਖਿਆਲ। ਦੇਖੋ ਇੱਕ ਨਾ ਇੱਕ ਦਿਨ ਆਉਂਦਾ ਹੁੰਦਾ ਹੈ ਕਿ ਜ਼ਬਰ ਦੇ ਅੱਗੇ ਨਾ ਛੋਟੀ ਤੋਂ ਛੋਟੀ ਚੀਜ਼ ਵੀ ਵੱਡੀ ਬਣ ਜਾਂਦੀ ਹੁੰਦੀ ਹੈ। ਸੋ ਇਹ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਲਿਤ ਪਰਿਵਾਰ ਹੈਗੇ ਆ। ਜੇ ਦਲਿਤ ਪਰਿਵਾਰਾਂ ਦੇ ਵਿੱਚ ਕੱਲ੍ਹ ਨੂੰ ਜਾਗਰਤੀ ਆ ਗਈ ਤਾਂ ਫਿਰ ਇਹਨਾਂ ਨੂੰ ਰਾਹ ਨਹੀਂ ਲੱਭਣਾ। ਤੁਹਾਨੂੰ ਮੈਂ ਦੱਸ ਦਿਆਂ ਜੀ। ਮਦਨਦੀਪ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਬਹੁਤ ਚੰਗੀ ਜਾਣਕਾਰੀ ਜਿਹੜੀ ਅੱਜ ਦੀ ਅਖਬਾਰਾਂ ਦੀ ਸੁਰਖੀਆਂ ਦੇ ਉੱਤੇ ਦਿੱਤੀ ਹੈ। ਤੇ ਹੁਣ ਪ੍ਰੋਗਰਾਮ ਅਖਬਾਰ ਹਾਜ਼ਰ ਦੇ ਵਿੱਚ ਇੰਨਾ ਹੀ। ਕੱਲ ਇਸੇ ਸਮੇਂ ਫਿਰ ਹਾਜ਼ਰ ਹੋਵਾਂਗੇ ਨਵੀਂ ਸੁਰਖੀਆਂ ਦੇ ਨਾਲ। ਮੇਰੇ ਨਾਲ ਮਦਨਦੀਪ ਜੀ ਹੋਣਗੇ ਜਿਹੜੇ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਉਦੋਂ ਤੱਕ ਸਾਨੂੰ ਦਵੋ ਇਜਾਜ਼ਤ। ਧੰਨਵਾਦ। ਅਖਬਾਰ ਹਾਜ਼ਰ ਹੈ।